ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ। ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਕੱਲ ਖਜ਼ੂਰੀ ਐਤਵਾਰ ਦੇ ਨਾਲ ਅਸੀਂ ਪਾਕ ਹਫ਼ਤੇ ਦੇ ਵਿੱਚ ਦਾਖਲ ਹੋ ਚੁੱਕੇ ਹਾਂ। ਅੱਜ ਪਾਕ ਹਫ਼ਤੇ ਦਾ ਸੋਮਵਾਰ ਹੈ ਤੇ ਪਿਆਰਿਓ, ਇਹਨਾਂ ਦਿਨਾਂ ਦੇ ਵਿੱਚ ਅਸੀਂ ਪ੍ਰਭੂ ਯਿਸੂ ਮਸੀਹ ਦੀ ਜ਼ਿੰਦਗੀ ਦੇ ਆਖਰੀ ਦਿਨਾਂ ਦੇ ਉੱਤੇ ਅਸੀਂ ਮਨਨ ਕਰਾਂਗੇ ਕਿ ਪ੍ਰਭੂ ਯਿਸੂ ਮਸੀਹ ਨੇ ਆਪਣੀ ਮੌਤ ਤੋਂ ਪਹਿਲਾਂ ਜਿਹੜੇ ਕੁਝ ਦਿਨ ਸੀ ਉਹ ਕਿਹਨਾਂ ਦੇ ਨਾਲ ਬਿਤਾਏ ਸੀ। ਅੱਜ ਅਸੀਂ ਪਾਕ ਕਲਾਮ ਦੇ ਵਿੱਚੋਂ ਦੋ ਪਾਠ ਸੁਣਾਂਗੇ। ਪਹਿਲਾ ਪਾਠ ਯਸ਼ਾਇਆ ਨਬੀ ਦੀ ਪੁਸਤਕ ਉਸ ਦਾ 42 ਅਧਿਆਇ 1 ਤੋਂ 7 ਐਦ, ਅੰਜੀਲ ਯਹੂਨਾ ਦੀ 12ਵਾਂ ਅਧਿਆਇ 1 ਤੋਂ ਲੈ ਕੇ 11 ਐਦ ਤੱਕ। ਆਓ ਅਸੀਂ ਇਹਨਾਂ ਪਾਠਾਂ ਨੂੰ ਸੁਣੀਏ ਅਤੇ ਇਹਨਾਂ ਦੇ ਉੱਤੇ ਮਨਨ ਕਰੀਏ ਤੇ ਜ਼ਿਆਦਾ ਤੋਂ ਜ਼ਿਆਦਾ ਟਾਈਮ ਅਸੀਂ ਪ੍ਰਾਰਥਨਾ ਦੇ ਵਿੱਚ, ਵਚਨ ਪੜ੍ਹਨ ਦੇ ਵਿੱਚ ਬਿਤਾਈਏ। ਪਾਠ ਪਹਿਲਾ ਯਸ਼ਾਇਆ ਨਬੀ ਦੀ ਪੁਸਤਕ ਵਿੱਚੋਂ ਉਸ ਦਾ 42 ਬਾਬ 1 ਤੋਂ 7 ਆਇਤ ਤੱਕ। ਪ੍ਰਭੂ ਕਹਿੰਦਾ ਹੈ, ਇਹ ਮੇਰਾ ਦਾਸ ਹੈ ਜਿਸ ਨੂੰ ਮੈਂ ਸ਼ਕਤੀਸ਼ਾਲੀ ਕਰਦਾ ਹਾਂ। ਮੈਂ ਉਸ ਨੂੰ ਚੁਣਿਆ ਹੈ ਅਤੇ ਮੈਂ ਉਸ ਤੋਂ ਖੁਸ਼ ਹਾਂ ਅਤੇ ਉਹ ਸਭ ਕੌਮਾਂ ਵਿੱਚ ਸੱਚਾ ਨਿਆਂ ਲਿਆਵੇਗਾ। ਉਹ ਨਾ ਚਿੱਲਾਵੇਗਾ, ਨਾ ਉੱਚੀ ਆਵਾਜ਼ ਪੁਕਾਰੇਗਾ ਅਤੇ ਨਾ ਹੀ ਉਸ ਦੀ ਆਵਾਜ਼ ਗਲੀਆਂ ਵਿੱਚ ਸੁਣੀ ਜਾਵੇਗੀ। ਉਹ ਨਾ ਮੁੜੇ ਕਾਨੇ ਨੂੰ ਤੋੜੇਗਾ ਅਤੇ ਨਾ ਹੀ ਬੁਝਦੇ ਦੀਵੇ ਨੂੰ ਬੁਝਾਵੇਗਾ, ਸਗੋਂ ਉਹ ਸੱਚਾ ਨਿਆਂ ਪ੍ਰਗਟ ਕਰੇਗਾ। ਉਹ ਉਮੀਦ ਅਤੇ ਹੌਸਲਾ ਨਹੀਂ ਛੱਡੇਗਾ ਅਤੇ ਉਹ ਧਰਤੀ ਦੀ ਹਰ ਨੁੱਕਰ ਵਿੱਚ ਸੱਚਾ ਨਿਆਂ ਸਥਾਪਿਤ ਕਰੇਗਾ। ਦੂਰ ਦੂਰ ਦੀ ਧਰਤੀ ਉਸ ਤੋਂ ਸਿੱਖਿਆ ਪ੍ਰਾਪਤ ਕਰਨ ਦੀ ਇੱਛੁਕ ਹੋਵੇਗੀ। ਪਰਮੇਸ਼ਵਰ ਨੇ ਆਕਾਸ਼ ਰਚੇ ਅਤੇ ਉਹਨਾਂ ਨੂੰ ਤਾਣਿਆ ਵੀ। ਉਸਨੇ ਧਰਤੀ ਰਚੀ ਅਤੇ ਉਸ ਦੇ ਹਰ ਨਿਵਾਸੀ ਨੂੰ ਵੀ। ਉਸਨੇ ਹਰ ਪ੍ਰਾਣੀ ਨੂੰ ਜੀਵਨ ਅਤੇ ਪ੍ਰਾਣ ਵੀ ਦਿੱਤੇ ਹਨ। ਹੁਣ ਪ੍ਰਭੂ ਪਰਮੇਸ਼ਵਰ ਆਪਣੇ ਦਾਸ ਨੂੰ ਕਹਿੰਦਾ ਹੈ, ਮੈਂ ਪ੍ਰਭੂ ਨੇ ਤੈਨੂੰ ਸੱਦਿਆ ਅਤੇ ਤੈਨੂੰ ਸ਼ਕਤੀ ਦਿੱਤੀ ਹੈ ਕਿ ਤੂੰ ਧਰਤੀ ਉੱਤੇ ਸੱਚਾ ਨਿਆਂ ਸਥਾਪਿਤ ਕਰੇ। ਤੇਰੇ ਦੁਆਰਾ ਮੈਂ ਕੌਮਾਂ ਨੂੰ ਚਾਨਣ ਦੇਵਾਂਗਾ। ਤੂੰ ਅੰਨ੍ਹਿਆਂ ਨੂੰ ਅੱਖਾਂ ਦੇਵੇਂਗਾ ਅਤੇ ਹਨੇਰੇ ਵਿੱਚ ਕੈਦ ਹੋਇਆਂ ਨੂੰ ਸੁਤੰਤਰ ਕਰੇਗਾ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਯਹੂਨਾ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਪਾਸਕਾ ਦੇ 6 ਦਿਨ ਪਹਿਲਾਂ ਯਿਸੂ ਬੈਤਨੀਆ ਆਇਆ, ਜਿੱਥੇ ਲਾਜ਼ਰ ਰਹਿੰਦਾ ਸੀ, ਜਿਸ ਨੂੰ ਯਿਸੂ ਨੇ ਮੁਰਦਿਆਂ ਵਿੱਚੋਂ ਜਿੰਦਾ ਕੀਤਾ ਸੀ। ਉੱਥੇ ਉਹਨਾਂ ਨੇ ਯਿਸੂ ਦੇ ਲਈ ਇੱਕ ਵੱਡਾ ਭੋਜ ਤਿਆਰ ਕੀਤਾ। ਮਾਰਥਾ ਨੇ ਭੋਜਨ ਪਰੋਸਿਆ ਤੇ ਲਾਜ਼ਰ ਯਿਸੂ ਦੇ ਨਾਲ ਭੋਜਨ ਕਰਨ ਵਾਲਿਆਂ ਵਿੱਚੋਂ ਇੱਕ ਸੀ। ਮਰੀਅਮ ਨੇ ਅੱਧਾ ਕੁ ਲੀਟਰ ਖਾਲਸ ਜਟਾਮਾਸੀ ਦਾ ਵੱਡਮੁੱਲਾ ਅਤਰ ਲਿਆਂਦਾ ਅਤੇ ਯਿਸੂ ਦੇ ਪੈਰਾਂ 'ਤੇ ਮਲਿਆ ਅਤੇ ਆਪਣੇ ਵਾਲਾਂ ਨਾਲ ਉਸ ਦੇ ਪੈਰਾਂ ਨੂੰ ਪੂੰਝਿਆ ਅਤੇ ਉਸ ਅਤਰ ਦੀ ਖੁਸ਼ਬੂ ਨਾਲ ਸਾਰਾ ਘਰ ਭਰ ਗਿਆ। ਪਰ ਉਸ ਦੇ ਚੇਲਿਆਂ ਵਿੱਚੋਂ ਇੱਕ ਯਹੂਦਾ ਇਸਕਰਿਓਤੀ, ਉਸਨੇ ਕਿਹਾ, ਇਸ ਅਤਰ ਨੂੰ 300 ਦਿਨਾਰ ਵਿੱਚ ਵੇਚ ਕੇ ਗਰੀਬਾਂ ਵਿੱਚ ਕਿਉਂ ਨਹੀਂ ਵੰਡਿਆ ਗਿਆ। ਉਸਨੇ ਇਹ ਇਸ ਲਈ ਨਹੀਂ ਕਿਹਾ ਸੀ ਕਿ ਉਸ ਨੂੰ ਗਰੀਬਾਂ ਦੀ ਚਿੰਤਾ ਸੀ, ਪਰ ਇਸ ਲਈ ਕਿ ਉਹ ਚੋਰ ਸੀ ਅਤੇ ਇਸ ਲਈ ਵੀ ਕਿ ਸਾਂਝੇ ਪੈਸਿਆਂ ਦੀ ਥੈਲੀ ਉਸ ਕੋਲ ਰਹਿੰਦੀ ਸੀ ਅਤੇ ਉਸ ਵਿੱਚ ਜੋ ਪਾਇਆ ਜਾਂਦਾ ਸੀ ਉਹ ਉਸ ਵਿੱਚੋਂ ਚੁਰਾ ਲੈਂਦਾ ਸੀ। ਯਿਸੂ ਨੇ ਕਿਹਾ, ਇਹਨੂੰ ਛੱਡੋ, ਇਸ ਨੂੰ ਇਹ ਮੇਰੇ ਦਫਨ ਦੇ ਦਿਨ ਦੇ ਲਈ ਕਰਨ ਦਿਓ। ਗਰੀਬ ਤਾਂ ਸਦਾ ਤੁਹਾਡੇ ਨਾਲ ਹਨ,
ਪਰ ਮੈਨੂੰ ਤੁਸੀਂ ਸਦਾ ਆਪਣੇ ਨਾਲ ਨਹੀਂ ਪਾਓਗੇ। ਜਦੋਂ ਯਹੂਦੀਆਂ ਨੂੰ ਪਤਾ ਲੱਗਾ ਕਿ ਯਿਸੂ ਉੱਥੇ ਹੈ ਤਾਂ ਵੱਡੀ ਭੀੜ ਉੱਥੇ ਆਈ, ਨਾ ਕੇਵਲ ਯਿਸੂ ਦੇ ਕਾਰਨ ਸਗੋਂ ਲਾਜ਼ਰ ਨੂੰ ਵੇਖਣ ਲਈ ਵੀ, ਜਿਸ ਨੂੰ ਯਿਸੂ ਨੇ ਮੁਰਦਿਆਂ ਵਿੱਚੋਂ ਜਿੰਦਾ ਕੀਤਾ ਸੀ। ਇਸ ਲਈ ਪ੍ਰਧਾਨ ਪੁਰੋਹਿਤਾਂ ਨੇ ਲਾਜ਼ਰ ਨੂੰ ਵੀ ਮਾਰ ਦੇਣ ਦੀ ਵਿਉਂਤ ਬਣਾਈ, ਕਿਉਂਕਿ ਉਸ ਦੇ ਕਾਰਨ ਬਹੁਤ ਸਾਰੇ ਯਹੂਦੀ ਉਹਨਾਂ ਨੂੰ ਛੱਡੀ ਜਾਂਦੇ ਸਨ ਅਤੇ ਯਿਸੂ ਨੂੰ ਮੰਨੀ ਜਾਂਦੇ ਸਨ। ਪ੍ਰਭੂ ਦੀ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਅੱਜ ਪਾਕ ਹਫ਼ਤੇ ਦਾ ਸੋਮਵਾਰ ਤੇ ਅੱਜ ਅਸੀਂ ਪਾਕ ਅੰਜੀਲ ਦੇ ਵਿੱਚ ਸੁਣਿਆ ਹੈ ਕਿ ਪਾਸਕਾ ਦੇ ਤਿਉਹਾਰ ਦੇ ਇੱਕ ਹਫ਼ਤੇ ਪਹਿਲਾਂ ਪ੍ਰਭੂ ਯਿਸੂ ਮਸੀਹ ਬੈਤਨੀਆ ਦੇ ਵਿੱਚ ਆਇਆ। ਹੁਣ ਕਈ ਵਾਰੀ ਅਸੀਂ ਆਪਣੇ ਉਹਨਾਂ ਸਕੇ ਸੰਬੰਧੀਆਂ ਕੋਲ, ਉਹਨਾਂ ਮਿੱਤਰਾਂ ਕੋਲ ਜਾਂਦੇ ਹਾਂ ਜਿਨ੍ਹਾਂ ਦੇ ਨਾਲ ਸਾਡਾ ਬਹੁਤ ਗੂੜਾ ਨਾਤਾ ਹੁੰਦਾ ਹੈ। ਤੇ ਅੱਜ ਵਚਨ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਲਾਜ਼ਰ ਦੇ ਘਰ ਗਏ ਅਤੇ ਉਹਨਾਂ ਨੇ ਯਿਸੂ ਦੇ ਲਈ ਇੱਕ ਵੱਡਾ ਭੋਜ ਦਿੱਤਾ ਅਤੇ ਮੌਤ ਤੋਂ ਪਹਿਲਾਂ ਯਿਸੂ ਦਾ ਇੱਕ ਪਰਿਵਾਰ ਦੇ ਵਿੱਚ ਇਹ ਆਖਰੀ ਭੋਜ ਸੀ। ਉਸ ਦੇ ਬਾਅਦ ਉਸਨੇ ਸਿਰਫ ਆਪਣੇ ਚੇਲਿਆਂ ਦੇ ਨਾਲ ਆਖਰੀ ਭੋਜ ਕੀਤਾ। ਪਰਿਵਾਰ ਦੇ ਵਿੱਚ ਯਿਸੂ ਦਾ ਇਹ ਆਖਰੀ ਭੋਜ ਸੀ ਅਤੇ ਮਾਰਥਾ ਅਤੇ ਮਰੀਅਮ ਦੇ ਪਰਿਵਾਰ ਵਿੱਚ, ਕਿਉਂਕਿ ਇਹ ਪਰਿਵਾਰ ਯਿਸੂ ਦੇ ਬਹੁਤ ਹੀ ਨਜ਼ਦੀਕ ਸਨ। ਪਿਆਰਿਓ, ਅਸੀਂ ਜਾਣਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਨੇ ਲਾਜ਼ਰ ਦੇ ਜੀਵਨ ਦੇ ਵਿੱਚ ਇੱਕ ਮਹਾਨ ਕੰਮ ਕੀਤਾ, ਉਸ ਨੂੰ ਜਿੰਦਾ ਕੀਤਾ। 4 ਦਿਨਾਂ ਦਾ ਮਰਿਆ ਹੋਇਆ ਬੰਦਾ ਕਬਰ ਦੇ ਵਿੱਚ ਰੱਖਿਆ ਹੋਇਆ, ਉਸ ਨੂੰ ਕਬਰ ਦੇ ਵਿੱਚੋਂ ਬਾਹਰ ਬੁਲਾਇਆ, ਜਿੰਦਾ ਕੀਤਾ। ਇਸ ਤੋਂ ਵੱਡੀ ਖੁਸ਼ੀ ਹੋਰ ਕੀ ਹੋ ਸਕਦੀ ਉਸ ਪਰਿਵਾਰ ਦੇ ਲਈ। ਤੇ ਇਸੇ ਕਰਕੇ ਅੱਜ ਅਸੀਂ ਦੇਖਦੇ ਹਾਂ ਕਿ ਭੋਜਨ ਕਰਨ ਵਾਲਿਆਂ ਦੇ ਵਿੱਚ ਲਾਜ਼ਰ ਵੀ ਸੀ। ਹੁਣ ਜਦੋਂ ਯਿਸੂ ਇਹਨਾਂ ਦੇ ਪਰਿਵਾਰ ਦੇ ਵਿੱਚ ਆਏ ਤਾਂ ਚਰਚਾ ਹੋ ਗਈ ਤੇ ਇਸ ਕਰਕੇ ਬਹੁਤ ਸਾਰੇ ਲੋਕ ਯਿਸੂ ਨੂੰ ਵੇਖਣ ਲਈ ਨਹੀਂ, ਸਗੋਂ ਲਾਜ਼ਰ ਨੂੰ ਵੇਖਣ ਲਈ ਵੀ ਆਏ, ਕਿਉਂਕਿ ਲਾਜ਼ਰ ਨੂੰ ਯਿਸੂ ਨੇ ਮੁਰਦਿਆਂ ਵਿੱਚੋਂ ਜਿੰਦਾ ਕੀਤਾ ਸੀ। ਹੁਣ ਇੱਥੇ ਸਵਾਲ ਇਹ ਹੈ ਕਿ ਫਰੀਸੀ ਲੋਕ ਕਿਉਂ ਯਿਸੂ ਦੇ ਖਿਲਾਫ ਸਨ? ਇਸ ਲਈ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਇੱਕ ਚਮਤਕਾਰ, ਇੱਕ ਅਣਹੋਣੀ ਗੱਲ ਨੂੰ ਹੋਣਾ ਕਰ ਦਿੱਤਾ ਅਤੇ ਲੋਕ ਯਿਸੂ ਵੱਲ ਖਿੱਚੇ ਜਾਂਦੇ ਸਨ। ਉਹਨਾਂ ਦੇ ਵਿੱਚ ਇੱਕ ਕਸ਼ਿਸ਼ ਸੀ, ਉਹਨਾਂ ਦੇ ਵਿੱਚ ਇੱਕ ਖਿੱਚ ਸੀ ਜਿਹੜੀ ਕਿ ਹਰੇਕ ਵਿਅਕਤੀ ਨੂੰ ਖਿੱਚ ਲੈਂਦੀ ਸੀ। ਤੇ ਅੱਜ ਵੀ ਸੰਗਤ ਖਿੱਚੀ ਗਈ ਤੇ ਜਿਹਦਾ ਕਰਕੇ ਫਰੀਸੀ ਲੋਕਾਂ ਨੇ ਯਿਸੂ ਨੂੰ ਮਾਰਨ ਦੀਆਂ ਯੋਜਨਾਵਾਂ ਤੇ ਪਹਿਲਾਂ ਹੀ ਬਣਾਈਆਂ ਸੀ। ਹੁਣ ਇੱਥੇ ਲਾਜ਼ਰ ਨੂੰ ਮਾਰਨ ਦੀਆਂ ਵੀ ਯੋਜਨਾਵਾਂ ਬਣਾਉਣ ਲੱਗੇ ਕਿ ਇਹ ਬੰਦਾ ਹੈ ਜਿਹਦੇ ਕਰਕੇ ਹੁਣ ਲੋਕ ਯਿਸੂ ਦੇ ਪਿੱਛੇ ਆ ਰਹੇ ਹਨ, ਇਹਨੂੰ ਵੀ ਖਤਮ ਕੀਤਾ ਜਾ। ਲੇਕਿਨ ਪਿਆਰਿਓ, ਵਚਨ ਦੇ ਵਿੱਚ ਅਸੀਂ ਸੁਣਿਆ ਹੈ ਕਿ ਪ੍ਰਭੂ ਯਿਸੂ ਮਸੀਹ ਸਭ ਕੁਝ ਜਾਣਦਾ ਸੀ। ਉਸ ਨੂੰ ਸਭ ਪਤਾ ਸੀ ਕਿ ਕੀ ਹੋਣਾ ਹੈ, ਕੀ ਹੋ ਚੁੱਕਾ ਹੈ ਤੇ ਕੀ ਹੋ ਰਿਹਾ ਹੈ। ਹਰੇਕ ਸਥਿਤੀ ਤੋਂ ਯਿਸੂ ਮਸੀਹ ਚੰਗੀ ਤਰ੍ਹਾਂ ਵਾਕਿਫ ਸਨ, ਕਿਉਂਕਿ ਪ੍ਰਭੂ ਯਿਸੂ ਮਸੀਹ ਇਸ ਦੁਨੀਆ ਦੇ ਵਿੱਚ ਆਪਣੇ ਬਾਪ ਦੀ ਮਰਜ਼ੀ ਨੂੰ ਪੂਰੀ ਕਰਨ ਦੇ ਲਈ ਆਇਆ ਸੀ। ਪਿਆਰਿਓ, ਅੱਜ ਅਸੀਂ ਪਹਿਲਾ ਪਾਠ ਜਿਹੜਾ ਹੈ ਯਸ਼ਾਇਆ ਨਬੀ ਦੀ ਪੁਸਤਕ ਵਿੱਚੋਂ ਸੁਣਿਆ ਹੈ ਤੇ ਯਸ਼ਾਇਆ ਨਬੀ 42 ਅਧਿਆਏ ਦੇ ਵਿੱਚੋਂ ਯਸ਼ਾਇਆ ਨਬੀ ਇੱਕ ਸੇਵਕ ਦੇ ਬਾਰੇ 4 ਗੀਤ ਲਿਖਦਾ ਹੈ ਆਪਣੀ ਪੁਸਤਕ ਦੇ ਵਿੱਚ। ਤੇ ਅੱਜ ਇਹ ਪਹਿਲਾ ਗੀਤ ਹੈ ਇੱਕ ਸੇਵਕ ਦੇ ਬਾਰੇ। ਸੇਵਕ ਦੀਆਂ ਕੀ ਖੂਬੀਆਂ ਹੁੰਦੀਆਂ ਨੇ, ਕੀ ਖਾਸੀਅਤ ਹੈ ਇੱਕ ਸੇਵਕ ਦੀ, ਉਹਦੇ ਬਾਰੇ 4 ਗੀਤ ਲਿਖਦਾ ਹੈ ਤੇ ਉਹਨਾਂ 4 ਗੀਤਾਂ ਨੂੰ ਅਸੀਂ ਇਹਨਾਂ ਦਿਨਾਂ ਦੇ ਵਿੱਚ ਸੁਣਾਂਗੇ। ਅੱਜ ਤੁਸੀਂ ਪਹਿਲਾ ਗੀਤ ਸੁਣਿਆ ਹੈ 42 ਅਧਿਆਏ ਦੇ ਵਿੱਚ, ਦੂਸਰਾ ਤੁਸੀਂ ਕੱਲ ਸੁਣੋਗੇ, ਤੀਸਰਾ ਪਰਸੋਂ ਸੁਣੋਗੇ। ਹੁਣ ਇੱਥੇ ਜੋ ਇਹ ਗੀਤ ਗਾਇਆ ਗਿਆ ਹੈ, ਇੱਕ ਦਾਸ ਦੀ ਮਿਸ਼ਨ ਬਾਰੇ ਇਹ ਗੀਤ ਹੈ ਕਿ ਉਹ ਦਾਸ ਦੀ ਮਿਸ਼ਨ ਕੀ ਹੈ, ਉਹ ਸੇਵਕ ਦੀ ਇਸ ਦੁਨੀਆ ਦੇ ਵਿੱਚ ਕੀ ਮਿਸ਼ਨ ਹੈ।
ਮਿਸ਼ਨ ਕੀ ਸੀਗਾ? ਲਿਖਿਆ ਹੈ ਕਿ ਉਹ ਕਦੇ ਵੀ ਚਿਲਾਏਗਾ ਨਹੀਂ, ਪਬਲਿਸਿਟੀ ਨਹੀਂ ਕਰੇਗਾ, ਜਿਸ ਤਰ੍ਹਾਂ ਕਿ ਆਮ ਕਰਕੇ ਹਰ ਇੱਕ ਵਿਅਕਤੀ ਆਪਣੀ ਪਬਲਿਸਿਟੀ ਕਰਦਾ ਹੈ। ਲੇਕਿਨ ਇਸ ਦਾਸ ਦੇ ਬਾਰੇ ਗੱਲ ਲਿਖੀ ਹੈ ਕਿ ਇਹ ਕਦੇ ਪਬਲਿਸਿਟੀ ਨਹੀਂ ਕਰੇਗਾ, ਕੋਈ ਚਲਾਏਗਾ ਨਹੀਂ, ਚੁੱਪ ਚਪੀਤੇ ਆਪਣੇ ਜੋ ਕੰਮ, ਜੋ ਵੀ ਉਹਨਾਂ ਦੀ ਮਿਸ਼ਨ ਹੈ ਉਸ ਨੂੰ ਕਰਦਾ ਰਹੇਗਾ। ਟੁੱਟੇ ਹੋਏ ਕਾਨੇ ਨੂੰ ਨਹੀਂ ਤੋੜੇਗਾ। ਉਹਦੀ ਆਵਾਜ਼ ਗਲੀਆਂ ਵਿੱਚ ਸੁਣਾਈ ਨਹੀਂ ਦੇਵੇਗੀ। ਅੱਗੇ ਲਿਖਿਆ ਹੈ ਕਿ ਉਹ ਕੌਮਾਂ ਦੇ ਲਈ ਇੱਕ ਚਾਨਣ ਹੋਵੇਗਾ, ਕੌਮਾਂ ਦੇ ਵਾਸਤੇ ਚਾਨਣ। ਫਿਰ ਉਹ ਅੰਨ੍ਹਿਆਂ ਨੂੰ ਅੱਖਾਂ ਦੇਵੇਗਾ, ਬੰਦੀਆਂ ਨੂੰ ਆਜ਼ਾਦ ਕਰੇਗਾ ਅਤੇ ਜਿਹੜੇ ਹਨੇਰੇ ਦੇ ਵਿੱਚ ਭਟਕ ਰਹੇ ਹਨ ਉਹਨਾਂ ਨੂੰ ਚਾਨਣ ਵਿੱਚ ਲੈ ਕੇ ਆਵੇਗਾ। ਫਿਰ ਉਹ ਆਪਣੇ ਰਾਜ ਨੂੰ ਸਥਾਪਿਤ ਕਰਨ ਦੇ ਲਈ ਹਰ ਇੱਕ ਦੁੱਖ ਦਰਦ ਨੂੰ ਵੀ ਸਹਿ ਲਵੇਗਾ। ਤੇ ਉਹ ਸਾਰੀਆਂ ਗੱਲਾਂ ਇਹਨਾਂ ਦਿਨਾਂ ਦੇ ਵਿੱਚ ਹੁਣ ਜੋ ਯਿਸੂ ਦੇ ਨਾਲ ਵਾਪਰਨ ਵਾਲੀਆਂ ਨੇ, ਅਸੀਂ ਉਹਨਾਂ ਦੇ ਉੱਤੇ ਮਨਨ ਕਰਨਾ ਹੈ। ਤੇ ਇਸੇ ਕਰਕੇ ਅੱਜ ਪਾਕਮਾ ਕਲੀਸਿਆ ਸਾਨੂੰ ਇਹ ਪਾਠ ਦਿੰਦੀ ਹੈ ਕਿ ਅਸੀਂ ਉਸ ਦਾਸ ਦੀ ਮਿਸ਼ਨ ਦੇ ਉੱਤੇ ਅਸੀਂ ਧਿਆਨ ਕਰੀਏ ਅਤੇ ਸਿੱਖੀਏ, ਸਿੱਖਿਆ ਲਈਏ। ਮੇਨ ਮਕਸਦ ਕੀ ਹੈ ਕਿ ਅਸੀਂ ਸਿੱਖਣਾ ਹੈ ਦਾਸ ਦੇ ਕੋਲੋਂ। ਜਿਸ ਤਰ੍ਹਾਂ ਉਹ ਦਾਸ ਹਲੀਮ ਬਣਿਆ, ਜਿਸ ਤਰ੍ਹਾਂ ਉਹ ਦਾਸ ਨੇ ਕੋਈ ਪਬਲਿਸਿਟੀ, ਕੋਈ ਰੌਲਾ ਰੱਪਾ ਕਦੇ ਨਹੀਂ ਪਾਇਆ, ਸਗੋਂ ਚੁੱਪ ਚਪੀਤੇ ਜੋ ਖੁਦਾ ਦੀ ਯੋਜਨਾ ਸੀ ਉਸ ਨੂੰ ਪੂਰਾ ਕਰਦਾ ਹੈ। ਹੁਣ ਅਸੀਂ ਵੀ ਇਹਨਾਂ ਦਿਨਾਂ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੀ ਜੋ ਮੁਕਤੀਕਾਰੀ ਯੋਜਨਾ ਹੈ, ਅਸੀਂ ਉਹਦੇ ਵਿੱਚ ਸ਼ਰੀਕ ਹੋਣਾ ਹੈ। ਪ੍ਰਭੂ ਦੀ ਜੋ ਮਿਸ਼ਨ ਯੋਜਨਾ ਸੀਗੀ ਉਹਦੇ ਵਿੱਚ ਹੁਣ ਅਸੀਂ ਸ਼ਰੀਕ ਹੋਣਾ ਹੈ। ਤੇ ਉਹ ਮਿਸ਼ਨ ਕਾਰਜ ਦਾ ਹੁਣ ਆਖਰੀ ਪਲ ਹਨ। ਉਹਦੀ ਸਲੀਬੀ ਮੌਤ ਆਖਰੀ ਸਮਾਂ ਸੀ ਉਸ ਦੀ ਮਿਸ਼ਨ ਦਾ, ਜੋ ਧਰਤੀ ਉਤਲੀ ਮਿਸ਼ਨ ਸੀ ਉਸ ਦਾ ਆਖਰੀ ਸਮਾਂ। ਹੁਣ ਅਸੀਂ ਉਸ ਮਿਸ਼ਨ ਦੇ ਵਿੱਚ ਸ਼ਰੀਕ ਹੋਣਾ ਹੈ। ਕਿਸ ਤਰ੍ਹਾਂ ਸ਼ਰੀਕ ਹੋ ਸਕਦੇ ਹਾਂ? ਹੁਣ ਅਸੀਂ ਵੀ ਪ੍ਰਭੂ ਨੂੰ ਸੱਦਾ ਦੇਣਾ ਹੈ। ਮਾਰਥਾ ਤੇ ਮਰੀਅਮ ਨੇ ਸੱਦਾ ਦਿੱਤਾ ਤੇ ਪ੍ਰਭੂ ਯਿਸੂ ਉਹਨਾਂ ਦੇ ਘਰ ਦੇ ਵਿੱਚ ਆਇਆ, ਭੋਜਨ ਵੀ ਕੀਤਾ। ਤੇ ਦੇਖੋ ਇੱਕ ਹੋਰ ਵੱਡਾ ਕੰਮ ਮਰੀਅਮ ਨੇ ਕੀਤਾ। ਅੱਧਾ ਕੁ ਲੀਟਰ ਜਟਾਮਾਸੀ ਦਾ ਜਿਹੜਾ ਅਤਰ ਸੀਗਾ, ਬਹੁਤ ਹੀ ਕੀਮਤੀ ਉਹਨਾਂ ਦਿਨਾਂ ਦੇ ਵਿੱਚ, 300 ਦਿਨਾਰ, ਉਹਨਾਂ ਦਿਨਾਂ ਦੇ ਵਿੱਚ 300 ਦਿਨਾਰ ਹੋਣੇ ਇੱਕ ਬਹੁਤ ਵੱਡੇ ਵੱਡੇ ਅਮੀਰ ਲੋਕ ਹੁੰਦੇ ਸੀ ਉਹ। ਤੇ ਉਹ ਯਿਸੂ ਨੂੰ ਮਰੀਅਮ ਆ ਕੇ ਮਸਾ ਕਰਦੀ ਹੈ। ਕਾਹਦੇ ਵਾਸਤੇ? ਉਹਦੀ ਆਉਣ ਵਾਲੀ ਜੋ ਮੌਤ ਹੈ ਉਸ ਦੇ ਲਈ ਉਸ ਨੂੰ ਐਡਵਾਂਸ ਵਿੱਚ ਹੀ ਉਹਨੂੰ ਮਸਾ ਕਰ ਦਿੱਤਾ, ਤਿਆਰ ਕਰਦਾ। ਹੁਣ ਅਸੀਂ ਵੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ, ਪ੍ਰਭੂ ਨੂੰ ਪਹਿਲਾਂ ਸੱਦਾ ਦੇਣਾ ਹੈ ਤੇ ਹੁਣ ਪ੍ਰਭੂ ਨੂੰ ਅਸੀਂ ਮਸਾ ਨਹੀਂ ਕਰ ਸਕਦੇ, ਲੇਕਿਨ ਹੁਣ ਆਪਣੇ ਆਪ ਨੂੰ ਅਸੀਂ ਮਸਾ ਕਰਨਾ ਹੈ। ਅਸੀਂ ਆਪਣੇ ਆਪ ਨੂੰ ਮਸਾ ਕਰੀਏ, ਆਪਣੇ ਆਪ ਨੂੰ ਪਵਿੱਤਰ ਬਣਾਈਏ। ਇਹਨਾਂ ਦਿਨਾਂ ਦੇ ਵਿੱਚ ਅਸੀਂ ਪਵਿੱਤਰ ਹੋ ਜਾਈਏ। ਤੇ ਪਵਿੱਤਰ ਕਿਸ ਤਰ੍ਹਾਂ ਹੋ ਸਕਦੇ ਹਾਂ? ਅਸੀਂ ਪਵਿੱਤਰ ਹੋ ਸਕਦੇ ਹਾਂ ਅਸੀਂ ਪ੍ਰਾਰਥਨਾ ਕਰਨ ਦੇ ਦੁਆਰਾ, ਵਚਨ ਪੜ੍ਹਨ ਦੇ ਦੁਆਰਾ ਅਤੇ ਨੇਕੀ ਦੇ ਕੰਮ ਕਰਨ ਦੇ ਦੁਆਰਾ। ਹੁਣ ਯਹੂਦਾ ਇਸਕਰਿਓਤੀ ਕਹਿੰਦਾ ਸੀਗਾ ਕਿ ਇਹ ਕਿਉਂ ਇੰਨਾ ਮਹਿੰਗਾ ਜੋ ਅਤਰ ਹੈ, ਕਿਉਂ ਇਹਨੂੰ ਬਰਬਾਦ ਕੀਤਾ ਗਿਆ ਹੈ? ਇਸ ਦੀ ਜਗ੍ਹਾ ਇਹ ਪੈਸੇ ਗਰੀਬਾਂ ਨੂੰ ਦਿੱਤੇ ਜਾਂਦੇ। ਪਰ ਪ੍ਰਭੂ ਯਿਸੂ ਮਸੀਹ ਕਹਿੰਦਾ ਹੈ ਕਿ ਗਰੀਬ ਤੁਹਾਡੇ ਨਾਲ ਹਨ ਪਰ ਮੈਂ ਨਹੀਂ ਹੋਵਾਂਗਾ। ਇਸ ਕਰਕੇ ਹੁਣ ਅਸੀਂ ਉਹ ਸਾਰੇ ਕੰਮ ਇਹਨਾਂ ਦਿਨਾਂ ਦੇ ਵਿੱਚ ਅਸੀਂ ਕਰੀਏ। ਪ੍ਰਭੂ ਦੇ ਦੁੱਖਾਂ ਦੇ ਵਿੱਚ ਸ਼ਰੀਕ ਹੋਣ ਦੇ ਲਈ ਅਸੀਂ ਆਪਣੇ ਜ਼ਿੰਦਗੀ ਵਿੱਚ ਆਉਣ ਵਾਲੇ ਦੁੱਖਾਂ ਨੂੰ ਯਿਸੂ ਦੇ ਦੁੱਖਾਂ ਨਾਲ ਜੋੜੀਏ। ਹੋ ਸਕਦਾ ਤੁਹਾਨੂੰ ਕੋਈ ਲੱਕ ਦਰਦ ਹੋਏਗਾ, ਗੋਡਿਆਂ 'ਚ ਦਰਦ ਹੋਏਗੀ, ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ, ਦੁੱਖ ਤਕਲੀਫ ਹੋਏਗੀ। ਇਹ ਦੁੱਖਾਂ ਨੂੰ ਅਸੀਂ ਯਿਸੂ ਦੇ ਦੁੱਖਾਂ ਦੇ ਨਾਲ ਜੋੜ ਦਈਏ। ਉਹ ਸਾਡਾ ਇੱਕ ਯੋਗਦਾਨ ਹੋਏਗਾ। ਪ੍ਰਭੂ ਦੀ ਮਿਸ਼ਨ ਦੇ ਵਿੱਚ ਸਾਡਾ ਇੱਕ ਯੋਗਦਾਨ, ਛੋਟਾ ਜਿਹਾ ਯੋਗਦਾਨ, ਉਹ ਕਾਫੀ ਹੈ। ਤੇ ਆਓ ਅਸੀਂ ਅੱਜ ਫੈਸਲਾ ਕਰੀਏ ਕਿ ਅਸੀਂ ਅੱਜ ਤੋਂ ਲੈ ਕੇ ਆਉਣ ਵਾਲੇ ਸਾਰੇ ਦਿਨਾਂ ਦੇ ਵਿੱਚ ਅਸੀਂ ਯਿਸੂ ਦੇ ਨਾਲ ਉਹਦੇ ਦੁੱਖਾਂ ਦੇ ਵਿੱਚ ਸ਼ਰੀਕ ਹੋਵਾਂਗੇ। ਖੁਦਾ ਸਾਨੂੰ ਸਾਰਿਆਂ ਨੂੰ ਬਰਕਤ ਦੇਵੇ।